ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਹਿਤਿਕ ਸਫ਼ਰ ਤੇ। ਦੋਸਤੋ, ਜੇਕਰ ਤੁਸੀਂ ਆਨੰਦ ਮਾਣਨਾ ਚਾਹੁੰਦੇ ਹੋ ਕਿਤਾਬਾਂ ਦੀ ਦੁਨੀਆ ਦੇ ਇਸ ਸੁਹਾਣੇ ਸਫ਼ਰ ਦਾ, ਤਾਂ ਆਪਣੀ ਸੀਟ ਬੁੱਕ ਕਰਵਾ ਲਓ, ਯਾਨੀ ਕਿ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੀ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤਾਂ ਬੈਲ ਆਈਕਨ ਦੇ ਆਲ ਵਾਲੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਅਤੇ ਜੇਕਰ ਵੀਡੀਓ ਵੈਲਿਊਏਬਲ ਲੱਗੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ। ਅਤੇ ਸਭ ਤੋਂ ਜ਼ਰੂਰੀ ਗੱਲ ਦੋਸਤੋ, ਤੁਸੀਂ ਕਮੈਂਟ ਬਾਕਸ 'ਚ ਆਪਣੀਆਂ ਪਸੰਦੀਦਾ ਕਿਤਾਬਾਂ ਬਾਰੇ ਵੀ ਦੱਸਣਾ ਜਿਸ ਦੀ ਤੁਸੀਂ ਆਡੀਓ ਚਾਹੁੰਦੇ ਹੋ, ਕਿਉਂਕਿ ਤੁਹਾਡੇ ਕਮੈਂਟ ਸਾਨੂੰ ਹੋਰ ਚੰਗਾ ਕੰਮ ਕਰਨ ਲਈ ਉਤਸ਼ਾਹ ਅਤੇ ਹੌਸਲਾ ਦਿੰਦੇ ਹਨ। ਤਾਂ ਆਓ ਕੁਲਦੀਪ ਗਿੱਲ ਦੇ ਨਾਲ ਸ਼ੁਰੂ ਕਰਦੇ ਹਾਂ। ਡੇਲ ਕਾਰਨੇਗੀ ਦੀ ਕਿਤਾਬ ਚਿੰਤਾ ਛੱਡੋ ਸੁੱਖ ਨਾਲ ਜੀਓ ਦਾ ਪਹਿਲਾ ਚੈਪਟਰ, ਅੱਜ ਦੇ ਦਾਇਰੇ ਵਿੱਚ ਰਹੋ। ਲਿਵ ਇਨ ਡੇ ਟਾਈਟ ਕੰਪਾਰਟਮੈਂਟ। 1871 ਦੇ ਬਸੰਤ ਦੀ ਗੱਲ ਹੈ। ਇੱਕ ਨੌਜਵਾਨ ਨੇ ਇੱਕ ਕਿਤਾਬ ਪੜ੍ਹੀ। ਉਸ ਕਿਤਾਬ ਦੇ ਇੱਕ ਵਾਕ ਨੇ ਉਸ ਦੇ ਫਿਊਚਰ ਨੂੰ ਬਹੁਤ ਪ੍ਰਭਾਵਿਤ ਕੀਤਾ। ਇਹ ਨੌਜਵਾਨ ਮੌਂਟਰੀਅਲ ਜਨਰਲ ਮੈਡੀਕਲ ਸਾਇੰਸ ਦਾ ਸਟੂਡੈਂਟ ਸੀ। ਉਸ ਨੂੰ ਫੈਸਲਾਕੁਨ ਐਗਜ਼ਾਮ ਵਿੱਚ ਸਫਲਤਾ ਪ੍ਰਾਪਤ ਕਰਨ ਦੀ ਬਹੁਤ ਚਿੰਤਾ ਸੀ। ਕੀ ਕਰੇ, ਕਿੱਥੇ ਜਾਵੇ ਅਤੇ ਆਪਣੇ ਡਾਕਟਰੀ ਦੇ ਆਕੂਪੇਸ਼ਨ ਨੂੰ ਕਿਵੇਂ ਐਸਟੈਬਲਿਸ਼ ਕਰੇ ਤੇ ਕਮਾਈ ਦਾ ਸਾਧਨ ਕਿਵੇਂ ਬਣਾਏ। ਇਹੋ ਜਿਹੀਆਂ ਕਈ ਚਿੰਤਾਵਾਂ ਉਸ ਨੂੰ ਘੇਰੀ ਰੱਖਦੀਆਂ ਸਨ। ਕਿਤਾਬ ਦੇ ਉਸ ਵਾਕ ਨੇ ਉਸ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਹ ਆਪਣੇ ਸਮੇਂ ਦਾ ਇੱਕ ਫੇਮਸ ਡਾਕਟਰ ਬਣ ਗਿਆ। ਉਸਨੇ ਵਰਲਡ ਫੇਮਸ ਜੌਨਸ ਹੌਪਕਿੰਸ ਸਕੂਲ ਆਫ ਮੈਡੀਸਨਸ ਦੀ ਸਥਾਪਨਾ ਕੀਤੀ ਤੇ ਆਕਸਫੋਰਡ ਦੇ ਮੈਡੀਕਲ ਸਾਇੰਸ ਡਿਪਾਰਟਮੈਂਟ ਵਿੱਚ ਐਜ਼ ਅ ਪ੍ਰੋਫੈਸਰ ਅਪਾਇੰਟ ਹੋਇਆ। ਬ੍ਰਿਟਿਸ਼ ਐਮਪਾਇਰ ਦੇ ਕਿਸੇ ਵੀ ਵਿਅਕਤੀ ਨੂੰ ਉਹ ਸਾਰਿਆਂ ਨਾਲੋਂ ਉੱਚਾ ਸਨਮਾਨ ਸੀ। ਇੰਗਲੈਂਡ ਦੇ ਸਮਰਾਟ ਨੇ ਉਸ ਨੂੰ ਨਾਈਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਅਤੇ ਉਸ ਦੀ ਮੌਤ ਤੋਂ ਬਾਅਦ 1466 ਪੇਜਾਂ ਦੇ 2 ਵੱਡੇ ਗ੍ਰੰਥਾਂ ਵਿੱਚ ਉਸ ਦੀ ਬਾਇਓਗ੍ਰਾਫੀ ਵੀ ਲਿਖੀ ਗਈ ਸੀ। ਇਹ ਨੌਜਵਾਨ ਸੀ ਸਰ ਵਿਲੀਅਮ ਔਸਲਰ। ਅਤੇ ਟਾਮਸ ਕਾਰਲਾਈਲ ਦਾ ਜੋ ਵਾਕ ਉਸਨੇ 1871 ਦੇ ਬਸੰਤ ਵਿੱਚ ਪੜ੍ਹਿਆ ਉਹ ਸੀ ਕਿ ਦੂਰ ਦੇ ਅਤੇ ਡਾਊਟਫੁਲ ਕੰਮਾਂ ਨੂੰ ਛੱਡ ਕੇ ਨੇੜੇ ਦੇ ਅਤੇ ਸਪਸ਼ਟ ਕੰਮਾਂ ਨੂੰ ਹੱਥ ਵਿੱਚ ਲੈਣਾ ਹੀ ਸਾਡਾ ਏਮ ਹੋਣਾ ਚਾਹੀਦਾ ਹੈ। 42 ਸਾਲ ਬਾਅਦ ਬਸੰਤ ਦੀ ਰਾਤ ਵਿੱਚ ਸਰ ਵਿਲੀਅਮ ਔਸਲਰ ਨੇ ਯੇਲ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਸਪੀਚ ਦਿੰਦੇ ਹੋਏ ਦੱਸਿਆ ਕਿ ਇਹ ਕੁਦਰਤੀ ਹੀ ਹੈ ਕਿ ਮੇਰੇ ਜਿਹਾ ਵਿਅਕਤੀ ਜਿਸ ਨੇ ਪੋਪੂਲਰ ਬੁੱਕ ਲਿਖੀ ਹੋਵੇ ਅਤੇ ਜੋ 4 ਯੂਨੀਵਰਸਿਟੀਆਂ ਦਾ ਪ੍ਰੋਫੈਸਰ ਰਹਿ ਚੁੱਕਿਆ ਹੋਵੇ ਉਸ ਨੂੰ ਇੰਟੈਲੀਜੈਂਟ ਅਤੇ ਫੁੱਲੀ ਟੈਲੈਂਟਡ ਸਮਝਿਆ ਜਾਵੇ। ਪਰ ਇਹੋ ਜਿਹੀ ਗੱਲ ਨਹੀਂ ਹੈ। ਮੇਰੇ ਸਾਰੇ ਮਿੱਤਰ ਜਾਣਦੇ ਹਨ ਕਿ ਮੇਰੀ ਇੰਟੈਲੀਜੈਂਸ ਕਿੰਨੀ ਸਧਾਰਨ ਹੈ। ਫਿਰ ਉਹਨਾਂ ਦੀ ਸਕਸੈਸ ਦਾ ਸੀਕ੍ਰੇਟ ਕੀ ਸੀ? ਉਹ ਸੀ ਉਹਨਾਂ ਦਾ ਅੱਜ ਦੇ ਦਾਇਰੇ ਵਿੱਚ ਰਹਿਣਾ। ਇਸ ਫਾਰਮੂਲੇ ਦਾ ਆਖਿਰ ਮਤਲਬ ਕੀ ਹੈ? ਯੇਲ ਵਿੱਚ ਦਿੱਤੀ ਗਈ ਉਹਨਾਂ ਦੀ ਉਸ ਸਪੀਚ ਤੋਂ ਕੁਝ ਸਾਲ ਪਹਿਲਾਂ ਦੀ ਗੱਲ ਹੈ। ਸਰ ਵਿਲੀਅਮ ਔਸਲਰ ਨੇ ਇੱਕ ਵੱਡੇ ਸ਼ਿਪ ਉੱਤੇ ਐਟਲਾਂਟਿਕ ਪਾਰ ਕੀਤਾ ਸੀ। ਸ਼ਿਪ ਉੱਤੇ ਉਹਨਾਂ ਨੇ ਦੇਖਿਆ ਕਿ ਉਸ ਦੇ ਅਗਲੇ ਮੰਚ ਤੇ ਖੜਾ ਕੈਪਟਨ ਬਟਨ ਦਬਾਉਂਦਾ ਅਤੇ ਉਸ ਦੀਆਂ ਕਲਾਂ ਖੜਖੜਾ ਉੱਠਦੀਆਂ ਅਤੇ ਸ਼ਿਪ ਦੇ ਡਿਫਰੈਂਟ ਡਿਪਾਰਟਮੈਂਟਸ ਉਸ ਵੇਲੇ ਇੱਕ ਦੂਜੇ ਨਾਲ ਜੁੜ ਕੇ ਆਪਣੇ ਆਪ ਅਲੱਗ ਹੋ ਜਾਂਦੇ। ਸ਼ਿਪ ਦੇ ਰੈਫਰੈਂਸ ਦਿੰਦੇ ਹੋਏ ਸਰ ਵਿਲੀਅਮ ਔਸਲਰ ਨੇ ਯੇਲ ਸਟੂਡੈਂਟਸ ਨੂੰ ਦੱਸਿਆ, ਤੁਹਾਡੇ ਸਾਰਿਆਂ ਦੀ ਬੋਡੀ ਮਸ਼ੀਨ ਉਸ ਮਸ਼ੀਨ ਨਾਲੋਂ ਕਿਤੇ ਵਧੇਰੇ ਜ਼ਿਆਦਾ ਵੰਡਰਫੁਲ ਹੈ ਅਤੇ ਉਸ ਤੋਂ ਵੀ ਲੌਂਗ ਜਰਨੀ ਕਰਨ ਦੇ ਲਈ ਸਮਰੱਥ ਹੈ। ਅਰਥਾਤ ਤੁਸੀਂ ਵੀ ਆਪਣੀ ਇਸ ਮਸ਼ੀਨ 'ਤੇ ਕਾਬੂ ਪਾਉਣਾ ਸਿੱਖੋ ਜਿਸ ਨਾਲ ਤੁਸੀਂ ਅੱਜ ਦੇ ਦਾਇਰੇ ਵਿੱਚ ਰਹਿ ਸਕੋ ਅਤੇ ਤੁਹਾਡੀ ਲਾਈਫ ਦੀ ਜਰਨੀ ਸੇਫ ਹੋ ਜਾਵੇ। ਆਪਣੇ ਬ੍ਰੇਨ ਗੈਜਟ ਦਾ ਬਟਨ ਦੱਬ ਕੇ ਮਰੇ ਹੋਏ ਪਾਸਟ ਅਤੇ ਅਣਜਾਣ ਫਿਊਚਰ ਨੂੰ ਲੋਹੇ ਦੇ ਦਰਵਾਜ਼ਿਆਂ ਵਿੱਚ ਜੜ ਦਿਓ। ਲਾਈਫ ਦੇ ਹਰ ਇੱਕ ਲੈਵਲ ਉੱਤੇ ਐਕਸਪੈਰੀਮੈਂਟ ਕਰੋ ਅਤੇ ਤੁਹਾਨੂੰ ਗਿਆਨ ਹੋਵੇਗਾ ਕਿ ਅੱਜ ਦੇ ਲਈ ਤੁਸੀਂ ਬਿਲਕੁਲ ਸੇਫ ਹੋ। ਬੀਤੀ ਤਾਈਂ ਵਿਸਾਰ ਦੇ, ਕਿਉਂਕਿ ਇਸ ਬੀਤੀ ਦੀ ਚਿੰਤਾ ਨੇ ਕਿੰਨੀਆਂ ਹੀ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਹੈ। ਪਾਸਟ ਅਤੇ ਫਿਊਚਰ ਦੋਹਾਂ ਦਾ ਭਾਰ ਇੱਕੋ ਵੇਲੇ ਪ੍ਰੈਜ਼ੈਂਟ ਵਿੱਚ ਢੋ ਕੇ ਚੱਲਣ ਵਾਲਾ ਬਹਾਦਰ ਇਨਸਾਨ ਵੀ ਲੜਖੜਾ ਜਾਂਦਾ ਹੈ। ਫਿਊਚਰ ਨੂੰ ਵੀ ਪਾਸਟ ਦੀ ਤਰ੍ਹਾਂ ਹੀ ਪਰਮਾਨੈਂਟਲੀ ਭੁੱਲ ਜਾਵੋ। ਤੁਹਾਡਾ ਕੱਲ ਅੱਜ ਹੈ। ਇਹ ਕੱਲ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ। ਇਨਸਾਨ ਦੀ ਫਰੀडम ਪ੍ਰੈਜ਼ੈਂਟ ਯਾਨੀ ਕਿ ਵਰਤਮਾਨ ਨਾਲ ਹੈ। ਫਿਊਚਰ ਦੀ ਟੈਨਸ਼ਨ ਲੈਣ ਵਾਲੇ ਦੀ ਐਨਰਜੀ ਵੇਸਟ ਹੋ ਜਾਂਦੀ ਹੈ ਅਤੇ ਬ੍ਰੇਨ ਕੌਨਫਲਿਕਟ ਅਤੇ ਬੋਡੀ ਪੇਨ ਉਸ ਦੇ ਪਿੱਛੇ ਲੱਗ ਜਾਂਦੇ ਹਨ। ਸੋ ਮੇਰਾ ਤੁਹਾਨੂੰ ਕਹਿਣਾ ਹੈ ਕਿ ਫਿਊਚਰ ਅਤੇ ਪਾਸਟ ਨੂੰ ਨਜ਼ਰਅੰਦਾਜ਼ ਕਰਕੇ ਅੱਜ ਦੇ ਦਾਇਰੇ ਵਿੱਚ ਰਹਿਣ ਦੀ ਆਦਤ ਪਾ ਲਓ। ਤਾਂ ਕੀ ਡਾਕਟਰ ਔਸਲਰ ਦਾ ਮਤਲਬ ਇਹ ਸੀ ਕਿ ਅਸੀਂ ਫਿਊਚਰ ਦੇ ਲਈ ਪਲੈਨਿੰਗ ਹੀ ਨਾ ਕਰੀਏ? ਨਹੀਂ, ਅਜਿਹੀ ਗੱਲ ਨਹੀਂ ਹੈ। ਇਸ ਪਹਿਲੂ 'ਤੇ ਚਾਨਣਾ ਪਾਉਂਦੇ ਹੋਏ ਉਹਨਾਂ ਨੇ ਆਪਣੀ ਸਪੀਚ ਵਿੱਚ ਦੱਸਿਆ ਸੀ ਕਿ ਫਿਊਚਰ ਪਲੈਨਿੰਗ ਕਰਨ ਦੇ ਲਈ ਬੈਸਟ ਸੋਲਿਊਸ਼ਨ ਤਾਂ ਇਹੀ ਹੈ ਕਿ ਅਸੀਂ ਆਪਣੀ ਇੰਟੈਲੀਜੈਂਸ ਅਤੇ ਐਕਸਾਈਟਮੈਂਟ ਦੇ ਨਾਲ ਅੱਜ ਦਾ ਕੰਮ ਬੈਸਟ ਵੇ ਯਾਨੀ ਕਿ ਵਧੀਆ ਤਰੀਕੇ ਨਾਲ ਸ਼ੁਰੂ ਕਰੀਏ। ਸਾਡੇ ਅੱਜ ਦੇ ਕੰਮ ਹੀ ਸਾਡੇ ਕੱਲ੍ਹ ਨੂੰ ਨਿਸ਼ਚਿਤ ਕਰਦੇ ਹਨ। ਕੱਲ੍ਹ ਉੱਤੇ ਵਿਚਾਰ ਜ਼ਰੂਰ ਕਰੋ, ਉਸ 'ਤੇ ਅਮਲ ਕਰੋ, ਪਲੈਨਿੰਗ ਕਰੋ, ਤਿਆਰੀਆਂ ਕਰੋ, ਪਰ ਉਸ ਲਈ ਚਿੰਤਿਤ ਨਾ ਹੋਵੋ, ਉਸ ਦੀ ਟੈਨਸ਼ਨ ਨਾ ਲਵੋ। ਯੁੱਧ ਦੇ ਸਮੇਂ ਸੈਨਾਪਤੀ ਕੱਲ੍ਹ ਲਈ ਯੋਜਨਾਵਾਂ ਬਣਾਉਂਦੇ ਸਨ ਪਰ ਉਹ ਉਸ ਲਈ ਚਿੰਤਿਤ ਨਹੀਂ ਹੁੰਦੇ ਸਨ।
ਅਮਰੀਕੀ ਸੈਨਾ ਦੇ ਨਿਰਦੇਸ਼ਕ ਐਡਮਿਰਲ ਅਰਨੈਸਟ ਕਿੰਗ ਕਿਹਾ ਕਰਦੇ ਸਨ ਕਿ ਮੈਂ ਪ੍ਰਾਪਤ ਬੈਸਟ ਇਕਵਿਪਮੈਂਟਸ ਨਾਲ ਲੈਸ ਆਪਣੇ ਬਹਾਦਰ ਸਿਪਾਹੀਆਂ ਨੂੰ ਵੱਡੇ ਮਿਸ਼ਨ ਤੇ ਭੇਜਿਆ ਹੈ ਅਤੇ ਇਹੀ ਮੈਂ ਕਰ ਸਕਦਾ ਹਾਂ। ਜੇ ਸ਼ਿਪ ਡੁੱਬ ਜਾਵੇ ਤਾਂ ਮੈਂ ਉੱਪਰ ਨਹੀਂ ਲਿਆ ਸਕਦਾ। ਜੋ ਹੋ ਚੁੱਕਿਆ ਹੈ ਉਸ ਤੇ ਪਛਤਾਉਣ ਨਾਲੋਂ ਤਾਂ ਇਹੀ ਚੰਗਾ ਹੈ ਕਿ ਅੱਗੇ ਦੀਆਂ ਸਮੱਸਿਆਵਾਂ ਉੱਤੇ ਵਿਚਾਰ ਕੀਤਾ ਜਾਵੇ। ਜੇ ਮੈਂ ਇਹੋ ਜਿਹੀਆਂ ਉਲਝਣਾਂ ਨੂੰ ਆਪਣੇ ਉੱਤੇ ਹਾਵੀ ਹੋਣ ਦੇਵਾਂ ਤਾਂ ਮੇਰਾ ਤਾਂ ਜਿਉਣਾ ਹੀ ਮੁਸ਼ਕਿਲ ਹੋ ਜਾਵੇ। ਟੈਡ ਬੈਂਗਰਮੈਨ ਲਿਖਦਾ ਹੈ ਕਿ 1845 ਦੀ ਅਪ੍ਰੈਲ ਵਿੱਚ ਮੈਂ ਬੇਹੱਦ ਚਿੰਤਾ ਵਿੱਚ ਰਿਹਾ ਅਤੇ ਨਤੀਜੇ ਵਜੋਂ ਮੈਨੂੰ ਆਂਤ ਉਲਟਣ ਦੀ ਬਿਮਾਰੀ ਹੋ ਗਈ। ਇਸ ਬਿਮਾਰੀ ਵਿੱਚ ਪੇਸ਼ੈਂਟ ਨੂੰ ਅਸਹਿ ਪੀੜ ਹੁੰਦੀ ਹੈ। ਜੇ ਯੁੱਧ ਸਮਾਪਤ ਨਾ ਹੋ ਗਿਆ ਹੁੰਦਾ ਤਾਂ ਪੱਕਾ ਮੇਰੀ ਮੌਤ ਹੋ ਗਈ ਹੁੰਦੀ। ਉਹਨਾਂ ਦਿਨਾਂ ਵਿੱਚ ਮੈਂ 94 ਇਨਫੈਂਟਰੀ ਡਿਵੀਜ਼ਨ ਵਿੱਚ ਅਧਿਕਾਰੀ ਦੇ ਅਹੁਦੇ 'ਤੇ ਕੰਮ ਕਰਦਾ ਸੀ। ਉਦੋਂ ਮੇਰਾ ਇੱਕ ਕੰਮ ਤਾਂ ਉਹਨਾਂ ਸੈਨਿਕਾਂ ਦੀ ਲਿਸਟ ਤਿਆਰ ਕਰਨਾ ਸੀ ਜੋ ਜਾਂ ਤਾਂ ਯੁੱਧ ਵਿੱਚ ਸ਼ਹੀਦ ਹੋ ਚੁੱਕੇ ਸਨ ਜਾਂ ਲਾਪਤਾ ਹੋ ਚੁੱਕੇ ਸਨ ਜਾਂ ਫਿਰ ਹਸਪੀਟਲ ਵਿੱਚ ਐਡਮਿਟ ਕੀਤੇ ਜਾ ਚੁੱਕੇ ਸਨ। ਦੂਸਰਾ ਕੰਮ ਆਪਣੇ ਅਤੇ ਦੁਸ਼ਮਣ ਪੱਖ ਦੇ ਸੈਨਿਕਾਂ ਦੀਆਂ ਉਹਨਾਂ ਲਾਸ਼ਾਂ ਦਾ ਪਤਾ ਲਗਾਉਣਾ ਸੀ ਜਿਨ੍ਹਾਂ ਨੂੰ ਮਾਰਕਾਟ ਦੇ ਦੌਰਾਨ ਉਥੱਲੀਆਂ ਕਬਰਾਂ ਵਿੱਚ ਦਫਨਾ ਦਿੱਤਾ ਗਿਆ ਸੀ। ਮੈਨੂੰ ਉਹਨਾਂ ਸਾਰੇ ਸੈਨਿਕਾਂ ਦੀਆਂ ਪਰਸਨਲ ਚੀਜ਼ਾਂ ਨੂੰ ਇਕੱਠਾ ਕਰਕੇ ਉਹਨਾਂ ਦੇ ਮਾਤਾ-ਪਿਤਾ ਜਾਂ ਨੇੜੇ ਦੇ ਰਿਸ਼ਤੇਦਾਰਾਂ ਕੋਲ ਭੇਜਣਾ ਪੈਂਦਾ ਸੀ ਕਿਉਂਕਿ ਉਹਨਾਂ ਚੀਜ਼ਾਂ ਦਾ ਉਹਨਾਂ ਦੇ ਪਿਆਰਿਆਂ ਦੇ ਲਈ ਬੜਾ ਖਾਸ ਮਹੱਤਵ ਹੁੰਦਾ ਹੈ। ਮੈਨੂੰ ਹਮੇਸ਼ਾ ਹੀ ਇਹ ਚਿੰਤਾ ਲੱਗੀ ਰਹਿੰਦੀ ਕਿ ਅਸੀਂ ਕਿਤੇ ਕੋਈ ਸੀਰੀਅਸ ਮਿਸਟੇਕ ਨਾ ਕਰ ਬੈਠੀਏ। ਮੈਂ ਸੋਚਦਾ ਰਹਿੰਦਾ ਕਿ ਮੈਂ ਕਦੀ ਆਪਣੇ ਕੰਮ 'ਤੇ ਜਿੱਤ ਪਾ ਸਕਾਂਗਾ, ਕੀ ਮੈਂ ਆਪਣੇ ਬੱਚੇ ਨੂੰ ਗੋਦ ਵਿੱਚ ਲੈਣ ਲਈ ਆਪਣੇ ਘਰ ਜਾ ਸਕਾਂਗਾ। ਇਹੋ ਜਿਹੀਆਂ ਕਈ ਚਿੰਤਾਵਾਂ ਨੇ ਮੈਨੂੰ ਇੰਨਾ ਕਮਜ਼ੋਰ ਬਣਾ ਦਿੱਤਾ ਸੀ ਕਿ ਮੇਰਾ 30 ਪੌਂਡ ਵਜ਼ਨ ਘਟ ਗਿਆ। ਮੇਰੀ ਚਿੰਤਾ ਨੇ ਮੈਨੂੰ ਤੋੜ ਦਿੱਤਾ। ਮੈਂ ਹੱਡੀਆਂ ਦੀ ਮੁੱਠ ਰਹਿ ਗਿਆ ਤੇ ਅਜਿਹੀ ਹਾਲਤ ਵਿੱਚ ਮੈਂ ਗੱਲ-ਗੱਲ 'ਤੇ ਰੋ ਪੈਂਦਾ ਸੀ। ਮੇਰੀ ਅਸ਼ਾਂਤੀ ਇੰਨੀ ਵੱਧ ਗਈ ਸੀ ਕਿ ਘਰ ਪਰਤਣ ਦੇ ਵਿਚਾਰ ਨਾਲ ਮੈਂ ਕੰਬ ਉੱਠਦਾ। ਮੇਰਾ ਪੇਸ਼ੈਂਸ ਖਤਮ ਹੋ ਗਿਆ। ਮੈਂ ਅਕਸਰ ਹੀ ਰੋਂਦਾ ਰਹਿੰਦਾ ਸੀ। ਇਸ ਜੀਵਨ ਵਿੱਚ ਆਪਣੀ ਪਹਿਲਾਂ ਵਾਲੀ ਹਾਲਤ ਫਿਰ ਪ੍ਰਾਪਤ ਕਰਨ ਦੀ ਆਸ ਮੈਂ ਛੱਡ ਚੁੱਕਿਆ ਸੀ। ਆਖਿਰ ਇੱਕ ਮਿਲਟਰੀ ਹਸਪੀਟਲ ਵਿੱਚ ਮੈਨੂੰ ਐਡਮਿਟ ਹੋਣਾ ਪਿਆ ਜਿੱਥੇ ਇਸ ਭੈੜੀ ਹਾਲਤ ਤੋਂ ਮੈਨੂੰ ਛੁਟਕਾਰਾ ਮਿਲਿਆ। ਇੱਕ ਸੈਨਿਕ ਡਾਕਟਰ ਨੇ ਆਪਣੀ ਕੀਮਤੀ ਸਲਾਹ ਨਾਲ ਮੇਰੇ ਜੀਵਨ ਦੀ ਦਿਸ਼ਾ ਬਦਲ ਦਿੱਤੀ। ਚੈੱਕਅਪ ਤੋਂ ਬਾਅਦ ਉਸਨੇ ਦੱਸਿਆ ਕਿ ਬਿਮਾਰੀ ਦਾ ਕਾਰਨ ਮਾਨਸਿਕ ਹੈ। ਡਾਕਟਰ ਨੇ ਕਿਹਾ, ਦੇਖੋ ਟੈਡ, ਲਾਈਫ ਇੱਕ ਰੇਤ ਘੜੀ ਦੀ ਤਰ੍ਹਾਂ ਹੈ। ਇਹ ਤਾਂ ਤੂੰ ਜਾਣਦਾ ਹੀ ਹੈ ਕਿ ਰੇਤ ਘੜੀ ਦੇ ਸਿਖਰ 'ਤੇ ਸੈਂਕੜੇ ਰੇਤ ਦੇ ਕਣ ਇਕੱਠੇ ਰਹਿੰਦੇ ਹਨ ਤੇ ਉਹ ਸ਼ਨੈ ਪੀਰੀਓਡਿਕਲੀ ਨੈਰੋ ਨੈਕ ਵਿੱਚੋਂ ਦੀ ਹੋ ਕੇ ਇਕੁਅਲ ਆਰਡਰ 'ਚ ਯਾਨੀ ਬਰਾਬਰ ਕ੍ਰਮ ਵਿੱਚ ਨਿਕਲਦੇ ਰਹਿੰਦੇ ਹਨ। ਰੇਤ ਕਣਾਂ ਦੇ ਇਸ ਚੱਕਰ ਨੂੰ ਅਸੀਂ ਘੜੀ ਨੂੰ ਤੋੜੇ ਫੋੜੇ ਬਿਨਾਂ ਨਹੀਂ ਬਦਲ ਸਕਦੇ। ਅਜਿਹਾ ਹੀ ਚੱਕਰ ਸਾਡੇ ਜੀਵਨ ਵਿੱਚ ਵੀ ਹੈ। ਆਪਣਾ ਡੇਲੀ ਰੂਟੀਨ ਸ਼ੁਰੂ ਕਰਦੇ ਸਮੇਂ ਸਾਡੇ ਸਾਹਮਣੇ ਸੈਂਕੜੇ ਅਜਿਹੇ ਕੰਮ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਉਸੇ ਵੇਲੇ ਪੂਰਾ ਕਰਨਾ ਚਾਹੁੰਦੇ ਹਾਂ। ਜੇ ਅਸੀਂ ਉਹਨਾਂ ਨੂੰ ਘੜੀ ਦੇ ਕ੍ਰਮ ਅਨੁਸਾਰ ਦਿਨ ਭਰ ਵਿੱਚ ਇੱਕ-ਇੱਕ ਕਰਕੇ ਪੂਰਾ ਕਰੀਏ ਤਾਂ ਨਿਸ਼ਚਿਤ ਹੀ ਸਾਡਾ ਸਰੀਰਕ ਤੇ ਮਾਨਸਿਕ ਬੈਲੈਂਸ ਬਣਿਆ ਰਹੇਗਾ। ਇਸ ਲਈ ਅਸੀਂ ਜੇਕਰ ਆਪਣੇ ਸਾਰੇ ਕੰਮ ਇੱਕ-ਇੱਕ ਕਰਕੇ ਕਰੀਏ ਤਾਂ ਡੈਫੀਨੇਟਲੀ ਅਸੀਂ ਆਪਣੇ ਸਾਰੇ ਕੰਮ ਸਹੀ ਢੰਗ ਨਾਲ ਕਰ ਸਕਾਂਗੇ। ਉਹਨਾਂ ਦੀ ਫਿਲਾਸਫੀ ਸੀ ਇੱਕ ਹੀ ਸਾਧੇ ਸਭ ਸਾਧੇ ਅਤੇ ਡਾਕਟਰ ਦੀ ਇਸ ਫਿਲਾਸਫੀ ਨੇ ਮੈਨੂੰ ਸਰੀਰਕ ਅਤੇ ਮਾਨਸਿਕ ਇੰਬੈਲੈਂਸ ਤੋਂ ਬਚਾ ਲਿਆ ਅਤੇ ਉਸਨੇ ਮੇਰੇ ਪ੍ਰੈਜ਼ੈਂਟ ਬਿਜ਼ਨਸ ਵਿੱਚ ਵੀ ਬੜਾ ਯੋਗਦਾਨ ਦਿੱਤਾ। ਅੱਜ ਮੈਂ ਬਾਲਟਿਮੋਰ ਦੀ ਕਮਰਸ਼ੀਅਲ ਕ੍ਰੈਡਿਟ ਕੰਪਨੀ ਵਿੱਚ ਸਟਾਕ ਕਲਰਕ ਦੇ ਤੌਰ 'ਤੇ ਕੰਮ ਕਰਦਾ ਹਾਂ। ਅੱਜ ਅਸੀਂ ਆਪਣੇ ਪਾਸਟ ਅਤੇ ਫਿਊਚਰ ਦੇ ਸੰਧੀ ਸਥਾਨ 'ਤੇ ਖੜ੍ਹੇ ਹਾਂ। ਇੱਕ ਪਾਸੇ ਵੱਡਾ ਅਤੀਤ ਹੈ ਅਤੇ ਦੂਸਰੇ ਪਾਸੇ ਭਵਿੱਖ ਹੈ ਜੋ ਤੇਜ਼ੀ ਨਾਲ ਸਾਡੇ ਵੱਲ ਵੱਧ ਰਿਹਾ ਹੈ। ਆਪਣੇ ਵਰਤਮਾਨ ਨੂੰ ਨਜ਼ਰਅੰਦਾਜ਼ ਕਰਕੇ ਪਲ ਭਰ ਲਈ ਵੀ ਅਸੀਂ ਉਹਨਾਂ ਦੋਹਾਂ ਯੁੱਗਾਂ ਵਿੱਚੋਂ ਕਿਸੇ ਇੱਕ ਦੇ ਹੋ ਕੇ ਨਹੀਂ ਜੀ ਸਕਦੇ। ਅਜਿਹੀ ਕੋਸ਼ਿਸ਼ ਨਾਲ ਸਾਡਾ ਸਰੀਰਕ ਅਤੇ ਮਾਨਸਿਕ ਨੁਕਸਾਨ ਹੋ ਜਾਂਦਾ ਹੈ। ਅਰਥਾਤ ਜਿਸ ਕਾਲ ਵਿੱਚ ਸਾਡੇ ਲਈ ਰਹਿਣਾ ਪੋਸੀਬਲ ਹੋਵੇ ਉਸੇ ਕਾਲ ਵਿੱਚ ਰਹਿ ਕੇ ਸਾਨੂੰ ਸੈਟਿਸਫਾਈ ਹੋ ਜਾਣਾ ਚਾਹੀਦਾ ਹੈ। ਇਸ ਵਿਸ਼ੇ ਵਿੱਚ ਰੌਬਰਟ ਲੂਈ ਸਟੀਵਨਸਨ ਨੇ ਲਿਖਿਆ ਹੈ ਕਿ ਭਾਰੀ ਤੋਂ ਭਾਰੀ ਬੋਝ ਵੀ ਅੱਜ ਦੇ ਲਈ ਤਾਂ ਕੋਈ ਵੀ ਢੋ ਸਕਦਾ ਹੈ, ਚਾਹੇ ਕੋਈ ਵੀ ਹੋਵੇ। ਇੱਕ ਦਿਨ ਦੇ ਲਈ ਤਾਂ ਔਖੇ ਤੋਂ ਔਖਾ ਕੰਮ ਵੀ ਕਰ ਹੀ ਲੈਂਦਾ ਹੈ। ਸੂਰਜ ਡੁੱਬਣ ਤੱਕ ਕੋਈ ਵੀ ਵਿਅਕਤੀ ਮਿਠਾਸ, ਧੀਰਜ, ਪਿਆਰ ਅਤੇ ਪਵਿੱਤਰਤਾ ਨਾਲ ਰਹਿ ਸਕਦਾ ਹੈ ਅਤੇ ਇਸੇ ਨੂੰ ਜਿਉਣਾ ਕਹਿੰਦੇ ਹਨ। ਜੀਵਨ ਨੂੰ ਸਾਡੇ ਤੋਂ ਇਹੀ ਆਸ ਹੈ। ਇੱਕ ਗ੍ਰੀਕ ਫਿਲਾਸਫਰ ਹੀਰਾਕਲੀਟਸ ਨੇ ਆਪਣੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਭ ਕੁਝ ਬਦਲਦਾ ਹੈ, ਸਿਰਫ ਤਬਦੀਲੀ ਦਾ ਨਿਯਮ ਯਾਨੀ ਕਿ ਲਾਅ ਆਫ ਚੇਂਜ ਨਹੀਂ ਬਦਲਦਾ। ਆਪਣੇ ਇਸ ਕਥਨ ਨੂੰ ਸਪਸ਼ਟ ਕਰਦੇ ਹੋਏ ਉਸਨੇ ਕਿਹਾ, ਵਗਦੀ ਨਦੀ ਦੇ ਪਲ ਪਲ ਬਦਲਦੇ ਪਾਣੀ ਵਿੱਚ ਇੱਕ ਵਾਰ ਪੈਰ ਰੱਖ ਕੇ ਉਸੇ ਜਗ੍ਹਾ ਦੂਸਰੀ ਵਾਰ ਫਿਰ ਉਸੇ ਪਾਣੀ ਵਿੱਚ ਪੈਰ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਉਦੋਂ ਤੱਕ ਤਾਂ ਉਹ ਵਹਿੰਦਾ ਹੋਇਆ ਪਾਣੀ ਵਹਿ ਚੁੱਕਿਆ ਹੁੰਦਾ ਹੈ। ਨਦੀ ਦਾ ਪਾਣੀ ਪਲ ਪਲ ਵਗਦਾ ਅਤੇ ਬਦਲਦਾ ਰਹਿੰਦਾ ਹੈ। ਇਹ ਨਿਯਮ ਮਨੁੱਖੀ ਜੀਵਨ ਵਿੱਚ ਵੀ ਲਾਗੂ ਹੁੰਦਾ ਹੈ। ਜੀਵਨ ਲਗਾਤਾਰ ਬਦਲਦਾ ਰਹਿੰਦਾ ਹੈ।
ਇਸ ਲਈ ਅੱਜ ਹੀ ਸਭ ਕੁਝ ਹੈ। ਫਿਰ ਅਸੀਂ ਲਗਾਤਾਰ ਬਦਲਦੇ ਹੋਏ ਅਨਿਸ਼ਚਿਤ ਅਤੇ ਅਣਜਾਣ ਭਵਿੱਖ ਦੀਆਂ ਗੁੱਥੀਆਂ ਸੁਲਝਾਉਣ ਵਿੱਚ ਅੱਜ ਦੇ ਸੁੱਖ ਨੂੰ ਬਰਬਾਦ ਕਿਉਂ ਕਰੀਏ। ਪੁਰਾਣੇ ਰੋਮਨ ਲੋਕਾਂ ਦਾ ਵਿਚਾਰ ਸੀ ਕਿ ਅੱਜ ਨੂੰ ਹੱਥੋਂ ਨਾ ਜਾਣ ਦਿਓ, ਅੱਜ ਦਾ ਪੂਰਾ ਉਪਯੋਗ ਕਰੋ, ਯਾਨੀ ਆਪਣੇ ਅੱਜ ਨੂੰ ਬੈਸਟ ਵੇ ਨਾਲ ਯੂਟਿਲਾਈਜ਼ ਕਰ ਲਵੋ। ਜੋ ਵਿਅਕਤੀ ਆਪਣਾ ਸਾਰਾ ਧਿਆਨ ਆਪਣੇ ਅੱਜ ਨੂੰ ਸੰਵਾਰਨ ਤੇ ਲਗਾ ਦਿੰਦਾ ਹੈ, ਉਸ ਦਾ ਕੱਲ ਖੁਦ ਬਖੁਦ ਸੰਵਰ ਜਾਂਦਾ ਹੈ। ਇਸ ਕਰਕੇ ਆਪਣੇ ਅੱਜ ਨੂੰ ਸੰਵਾਰਨ ਤੇ ਫੋਕਸ ਕਰੋ। ਨੋਵੈਲ ਟਾਮਸ ਦੀ ਫਿਲਾਸਫੀ ਵੀ ਇਹੀ ਹੈ। ਉਹਨਾਂ ਨੇ ਆਪਣੇ ਬ੍ਰੌਡਕਾਸਟਿੰਗ ਸਟੂਡੀਓ ਦੀਆਂ ਦੀਵਾਰਾਂ ਤੇ, ਜਿੱਥੇ ਅਕਸਰ ਉਹਨਾਂ ਦੀ ਨਜ਼ਰ ਪੈਂਦੀ ਰਹਿੰਦੀ ਸੀ, ਇਹ ਸ਼ਬਦ ਲਿਖੇ ਹੋਏ ਸਨ, ਇਹ ਅੱਜ ਪਰਮਾਤਮਾ ਦੀ ਰਚਨਾ ਹੈ, ਅਸੀਂ ਇਹਨੂੰ ਸੋਹਣੇ ਤਰੀਕੇ ਨਾਲ ਜੀਵਾਂਗੇ ਅਤੇ ਇਸ ਵਿੱਚ ਖੁਸ਼ ਰਹਾਂਗੇ। ਜੌਨ ਰਸਕਿਨ ਆਪਣੀ ਡੈਸਕ ਉੱਤੇ ਪੱਥਰ ਦਾ ਇੱਕ ਟੁਕੜਾ ਰੱਖਦੇ ਸਨ ਜਿਸ ਉੱਤੇ ਅੱਜ ਸ਼ਬਦ ਉਕਰਿਆ ਹੋਇਆ ਸੀ। ਡੇਲ ਕਾਰਨੇਗੀ ਦੱਸਦੇ ਹਨ ਕਿ ਮੈਨੂੰ ਨਿਊਯਾਰਕ ਟਾਈਮਜ਼ ਦੇ ਪਬਲਿਸ਼ਰ ਆਰਥਰ ਹੇਜ਼ ਸਲਜ਼ਬਰਗਰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਹੇਜ਼ ਨੇ ਦੱਸਿਆ ਕਿ ਯੂਰਪ ਵਿੱਚ ਮਹਾਯੁੱਧ ਛਿੜਨ ਵੇਲੇ ਉਹ ਆਪਣੇ ਫਿਊਚਰ ਨੂੰ ਲੈ ਕੇ ਇੰਨੀ ਚਿੰਤਾ ਵਿੱਚ ਸੀ ਕਿ ਉਸ ਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਉਹ ਅਕਸਰ ਅੱਧੀ ਰਾਤ ਨੂੰ ਉੱਠਦਾ ਅਤੇ ਰੰਗ ਅਤੇ ਕੈਨਵਸ ਲੈ ਕੇ ਸ਼ੀਸ਼ੇ ਦੇ ਸਾਹਮਣੇ ਜਾ ਬੈਠਦਾ ਅਤੇ ਆਪਣੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰਦਾ। ਉਹ ਇੰਜ ਕੇਵਲ ਆਪਣੇ ਦਿਮਾਗ ਤੋਂ ਚਿੰਤਾ ਦਾ ਬੋਝ ਹਟਾਉਣ ਲਈ ਕਰਦਾ ਸੀ, ਪਰ ਫਿਰ ਵੀ ਉਸ ਦੀ ਚਿੰਤਾ ਦੂਰ ਨਹੀਂ ਸੀ ਹੁੰਦੀ। ਫਿਰ ਉਸਨੇ ਚਰਚ ਦੇ ਇੱਕ ਧਾਰਮਿਕ ਗੀਤ ਦੇ 5 ਸ਼ਬਦਾਂ ਨੂੰ ਆਪਣਾ ਨੀਤੀ ਵਾਕ ਯਾਨੀ ਕਿ ਮੋਟੋ ਬਣਾ ਲਿਆ। ਇਹ 5 ਸ਼ਬਦ ਸਨ, 1 step enough for me, ਤਰੱਕੀ ਦਾ ਇੱਕ ਕਦਮ ਮੇਰੇ ਲਈ ਬਹੁਤ ਹੈ। ਪੂਰਾ ਗੀਤ ਸੀ, ਮਿਹਰਬਾਨ ਰੋਸ਼ਨੀ ਰਾਹ ਦਿਖਾ, ਮੈਨੂੰ ਡੋਲਣ ਨਾ ਦੇ, ਮੈਂ ਬਹੁਤਾ ਕੁਝ ਨਹੀਂ ਮੰਗਦਾ, ਮੇਰੇ ਲਈ ਪ੍ਰੋਗਰੈਸ ਦਾ ਇੱਕ ਕਦਮ ਕਾਫੀ ਹੈ। ਸਮਝਦਾਰ ਅਤੇ ਉਤਸ਼ਾਹ ਭਰਪੂਰ ਇਨਸਾਨ ਵਾਸਤੇ ਹਰ ਨਵਾਂ ਦਿਨ ਇੱਕ ਨਵੀਂ ਜ਼ਿੰਦਗੀ ਲੈ ਕੇ ਚੜ੍ਹਦਾ ਹੈ। ਆਮ ਇਨਸਾਨ ਦੇ ਸੁਭਾਅ ਦੀ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਉਹ ਹਰ ਦਿਨ ਜਿਉਣ ਨੂੰ ਟਾਲਦਾ ਰਹਿੰਦਾ ਹੈ। ਉਹ ਹਰ ਗੱਲ ਤੇ ਕਹਿੰਦਾ ਹੈ, ਮੈਂ ਕੱਲ੍ਹ ਤੋਂ ਇੰਜ ਕਰਨਾ ਸ਼ੁਰੂ ਕਰਾਂਗਾ। ਕਦੇ ਨਹੀਂ ਕਹਿੰਦਾ ਕਿ ਮੈਂ ਅੱਜ ਤੋਂ ਹੀ ਇਸ ਨੂੰ ਕਰਨਾ ਸ਼ੁਰੂ ਕਰਾਂਗਾ, ਤੇ ਉਸ ਦਾ ਕੱਲ੍ਹ ਕਦੀ ਨਹੀਂ ਆਉਂਦਾ, ਕਿਉਂਕਿ ਉਹ ਕੱਲ੍ਹ ਫਿਰ ਅੱਜ ਬਣ ਚੁੱਕਿਆ ਹੁੰਦਾ ਹੈ। ਜੋ ਬੀਤ ਗਿਆ ਉਹ ਕਦੀ ਵੀ ਵਾਪਸ ਨਹੀਂ ਆਉਂਦਾ ਤੇ ਆਉਣ ਵਾਲੇ ਕੱਲ੍ਹ ਦਾ ਪਤਾ ਨਹੀਂ ਕਿ ਉਸਨੇ ਆਉਣਾ ਹੈ ਕਿ ਨਹੀਂ। ਫਿਰ ਕਿਉਂ ਨਾ ਅੱਜ ਦੇ ਅਨਮੋਲ ਪਲਾਂ ਨੂੰ ਰੱਜ ਕੇ ਜੀ ਲਿਆ ਜਾਵੇ। ਜੇਕਰ ਤੁਸੀਂ ਵੀ ਆਪਣੀ ਚਿੰਤਾ ਨੂੰ ਜੀਵਨ ਤੋਂ ਪਰੇ ਰੱਖਣਾ ਚਾਹੁੰਦੇ ਹੋ ਤਾਂ ਉਹੀ ਕਰੋ ਜਿਵੇਂ ਸਰ ਵਿਲੀਅਮ ਔਸਲਰ ਨੇ ਕੀਤਾ ਸੀ। ਆਪਣੇ ਭੂਤ ਅਤੇ ਭਵਿੱਖ ਦੀਆਂ ਚਿੰਤਾਵਾਂ ਨੂੰ ਛੱਡ ਕੇ ਅੱਜ ਦੇ ਦਾਇਰੇ ਵਿੱਚ ਰਹਿਣਾ ਸ਼ੁਰੂ ਕਰ ਦਿਓ। ਦੋਸਤੋ, ਤੁਸੀਂ ਆਪਣੇ ਆਪ ਤੋਂ ਇਹ 5 ਪ੍ਰਸ਼ਨ ਪੁੱਛੋ ਅਤੇ ਉਹਨਾਂ ਦੇ ਉੱਤਰ ਕਮੈਂਟ ਦੇ ਰੂਪ ਵਿੱਚ ਲਿਖ ਦਿਓ। ਪ੍ਰਸ਼ਨ ਨੰਬਰ 1 ਹੈ, ਕੀ ਮੈਂ ਅਕਸਰ ਵਰਤਮਾਨ ਵਿੱਚ ਜਿਉਣਾ ਛੱਡ ਕੇ ਭਵਿੱਖ ਦੀ ਚਿੰਤਾ ਕਰਦਾ ਰਹਿੰਦਾ ਹਾਂ? ਨੰਬਰ 2, ਕੀ ਮੈਂ ਬੀਤੀਆਂ ਹੋਈਆਂ ਗੱਲਾਂ ਨੂੰ ਯਾਦ ਕਰਕੇ ਆਪਣੇ ਵਰਤਮਾਨ ਨੂੰ ਕੌੜਾ ਤਾਂ ਨਹੀਂ ਬਣਾ ਲੈਂਦਾ? ਪ੍ਰਸ਼ਨ ਨੰਬਰ 3 ਹੈ, ਕੀ ਮੈਂ ਹਰ ਸਵੇਰ ਇਹ ਨਿਸ਼ਚਾ ਕਰਕੇ ਉੱਠਦਾ ਹਾਂ ਕਿ ਮੈਂ ਆਪਣੇ ਅੱਜ ਦੇ ਦਿਨ ਨੂੰ ਸਾਰਥਕ ਬਣਾਵਾਂਗਾ ਅਤੇ ਉਸ ਦਾ ਪੂਰਾ ਉਪਯੋਗ ਕਰਾਂਗਾ? ਪ੍ਰਸ਼ਨ ਨੰਬਰ 4 ਹੈ, ਕੀ ਅੱਜ ਦੇ ਦਾਇਰੇ ਵਿੱਚ ਰਹਿ ਕੇ ਮੈਂ ਆਪਣੇ ਜੀਵਨ ਤੋਂ ਕੁਝ ਜ਼ਿਆਦਾ ਹਾਸਿਲ ਕਰ ਸਕਦਾ ਹਾਂ? ਤੇ ਪ੍ਰਸ਼ਨ ਨੰਬਰ 5 ਹੈ, ਮੈਂ ਇਹ ਕਦੋਂ ਕਰਨਾ ਸ਼ੁਰੂ ਕਰਾਂਗਾ? ਅਗਲੇ ਹਫ਼ਤੇ, ਕੱਲ੍ਹ ਜਾਂ ਅੱਜ ਤੋਂ ਹੀ? ਦੋਸਤੋ, ਸਾਨੂੰ ਤੁਹਾਡੇ ਕਮੈਂਟਸ ਦੀ ਉਡੀਕ ਰਹੇਗੀ ਕਿ ਇਹ ਲੈਸਨ ਤੁਹਾਡੇ ਲਈ ਕਿੰਨਾ ਲਾਹੇਵੰਦ ਰਿਹਾ। ਤਾਂ ਜਲਦੀ ਹੀ ਮਿਲਦੇ ਹਾਂ ਦੂਸਰੇ ਚੈਪਟਰ ਦੇ ਨਾਲ। ਤਦ ਤੱਕ ਲਈ ਜ਼ਿੰਦਗੀ ਜ਼ਿੰਦਾਬਾਦ।